328 ਪਾਵਨ ਸਰੂਪ ਮਾਮਲੇ ਦੀ ਜਾਂਚ ਤੇ ਪੰਜਾਬ ਪੁਲਿਸ ਦਾ ਐਸਜੀਪੀਸੀ ਤੇ ਵੱਡਾ ਇਲਜ਼ਾਮ। ਕਿਹਾ ਜਾਂਚ 'ਚ ਨਹੀਂ ਕੀਤਾ ਜਾ ਰਿਹਾ ਸਹਿਯੋਗ, ਲੋੜੀਂਦੇ ਰਿਕਾਰਡ ਤੇ ਜਾਣਕਾਰੀ ਨਹੀਂ ਕਰਵਾਈ ਜਾ ਰਹੀ ਮੁਹੱਈਆ। ਪੰਜਾਬ ਦੇ ਸ਼ਹਿਰੀ ਦੰਗਲ ਦੇ ਕੱਲ ਆਉਣਗੇ ਨਤੀਜੇ। ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਕਾਊਂਟਿੰਗ। ਸਭ ਤੋਂ ਵੱਡੀ ਟੀਮ ਦੇ ਨਾਲ ਨਿਊਜ਼ 18 ਦੇ ਸਭ ਤੋਂ ਤੇਜ਼ ਤੇ ਸਟੀਕ ਨਤੀਜੇ। ਚੰਡੀਗੜ੍ਹ 'ਚ ਬਦਲਿਆ ਮੌਸਮ ਦਾ ਮਿਜਾਜ਼, ਕਈ ਥਾਵਾਂ ਤੇ ਛਾਏ ਕਾਲੇ ਬੱਦਲ। ਪੰਜਾਬ 'ਚ ਵੀ ਸੁਹਾਵਣਾ ਹੋਇਆ ਮੌਸਮ। ਕਪੂਰਥਲਾ ਮਹਾਰਾਜਾ ਜਾਇਦਾਦ ਵਿਵਾਦ, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫੈਸਲਾ। ਨਿੱਜੀ ਜਾਇਦਾਦ ਤੇ ਨਹੀਂ ਲਾਗੂ ਹੋਵੇਗਾ ਜੇਠਾਧਿਕਾਰ। ਹਿੰਦੂ ਮੁਸਲਿਮ ਕਾਨੂੰਨਾਂ ਅਨੁਸਾਰ ਵੰਡੀ ਰਾਜਿਆਂ ਦੀ ਨਿੱਜੀ ਸੰਪਤੀ। ਹਰਿਆਣਾ ਦੇ ਗੈਸਟ ਟੀਚਰਸ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ। ਸਰਕਾਰ ਨੂੰ ਟੀਚਰਸ ਨੂੰ ਰੈਗੂਲਰ ਕਰਨ ਦੇ ਦਿੱਤੇ ਆਰਡਰਸ। ਸੈਲਰੀ ਰਿਟਾਇਰਮੈਂਟ ਦੇ ਪੂਰੇ ਲਾਭ ਦੇਣ ਲਈ ਵੀ ਕਿਹਾ। ਅੱਜ ਜਲੰਧਰ ਦੇ ਦੌਰੇ ਤੇ ਸੀਐਮ ਭਗਵੰਤ ਮਾਨ ਦੁਪਹਿਰੇ 12 ਵਜੇ ਪਿੰਡ ਸੀਚੇਵਾਲ ਪਹੁੰਚਣਗੇ। ਮੁੱਖ ਮੰਤਰੀ ਮਾਨ ਸੰਤ ਅਵਤਾਰ ਸਿੰਘ ਜੀ ਦੀ 78ਵੀਂ ਬਰਸੀ ਮੌਕੇ ਸਮਾਗਮ 'ਚ ਕਰਨਗੇ ਸ਼ਿਰਕਤ। ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਅੱਜ ਦੇ ਸਕਦੇ ਨੇ ਅਸਤੀਫਾ। ਡੀਕੇ ਸ਼ਿਵ ਕੁਮਾਰ ਨੂੰ ਮਿਲ ਸਕਦੀ ਹੈ ਕਮਾਨ। ਸਿੱਧਾਰਮਈਆ ਦੇ ਬੇਟੇ ਨੂੰ ਬਣਾਇਆ ਜਾ ਸਕਦਾ ਹੈ ਡੈਪੂਟੀ ਸੀਐਮ। ਮੂਸੇਵਾਲਾ ਦੀ ਚੌਥੀ ਬਰਸੀ ਮੌਕੇ ਸਹਿਜ ਪਾਠ ਦਾ ਪਾਇਆ ਗਿਆ ਭੋਗ। ਛੋਟੇ ਸਿੱਧੂ ਨੇ ਵੀ ਟੇਕਿਆ ਮੱਥਾ। ਵੱਡੇ ਭਰਾ ਦੀ ਫੋਟੋ ਨੂੰ ਚੁੰਮਿਆ। ਤਸਵੀਰ ਦੇਖ ਭਾਵੁਕ ਹੋਏ ਲੋਕ। ਦੇਸ਼ ਭਰ 'ਚ ਈਦ ਉਲ ਅਜ਼ਹਾ ਦੀਆਂ ਰੌਣਕਾਂ। ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਅਦਾ ਕੀਤੀ ਜਾ ਰਹੀ ਨਮਾਜ਼, ਗਲੇ ਲੱਗ ਕੇ ਇੱਕ ਦੂਜੇ ਨੂੰ ਦੇ ਰਹੇ ਵਧਾਈ। न्यूज हेडलाइंस के प्रायोजक पतंजलि गाय का घी, माँ का भरोसा, प्यार से परोसा। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। 10 ਦੀ ਦਮ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ 328 ਪਾਵਨ ਸਰੂਪਾਂ ਦੇ ਮਾਮਲੇ ਦੀ। ਪਿਛਲੇ ਸਾਲ ਇਹ ਦੇਖਿਆ ਕਿ ਲੰਬੇ ਸਮੇਂ ਤੱਕ ਧਰਨਾ ਪ੍ਰਦਰਸ਼ਨ ਚੱਲਿਆ। ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਤੇ ਸਰਕਾਰ ਦੇ ਵੱਲੋਂ ਆਸ਼ਵਾਸਨ ਦਿੱਤਾ ਗਿਆ। ਪਿਛਲੇ ਸਾਲ ਹੀ ਦਸੰਬਰ ਦੇ ਮਹੀਨੇ 'ਚ ਐਫਆਈਆਰ ਦਰਜ ਕੀਤੀ ਗਈ ਸੀ 16 ਤਤਕਾਲੀ ਐਸਜੀਪੀਸੀ ਦੇ ਮੁਲਾਜ਼ਮਾਂ ਤੇ। ਚੜ੍ਹਦੇ ਸਾਲ ਹੀ ਕਈ ਗ੍ਰਿਫਤਾਰੀਆਂ ਹੋਈਆਂ। ਹਾਲਾਂਕਿ ਪਹਿਲਾ ਐਸਆਈਟੀ ਦਾ ਗਠਨ ਕੀਤਾ ਗਿਆ ਸੀ। ਐਸਆਈਟੀ ਐਲੀਗੇਸ਼ਨਸ ਐਸਜੀਪੀਸੀ ਤੇ ਲਗਾ ਰਹੀ ਸੀ ਕਿ ਐਸਜੀਪੀਸੀ ਕਿਸੇ ਤਰੀਕੇ ਨਾਲ ਵੀ ਕੋਆਪਰੇਟ ਨਹੀਂ ਕਰ ਰਹੀ। ਪਰ ਜਥੇਦਾਰ ਸਾਹਿਬ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਐਸਜੀਪੀਸੀ ਐਸਆਈਟੀ ਨਾਲ ਕੋਆਪਰੇਟ ਕਰੇ। ਜੋ ਉਹਨਾਂ ਨੂੰ ਲੋੜੀਂਦੀ ਜਾਣਕਾਰੀ ਚਾਹੀਏ ਉਹ ਉਹਨਾਂ ਨੂੰ ਮੁਹੱਈਆ ਕਰਵਾਈ ਜਾਏ। ਪਰ ਹੁਣ 328 ਪਾਵਨ ਸਰੂਪ ਮਾਮਲੇ ਦੀ ਜਾਂਚ ਤੇ ਮੁੜ ਤੋਂ ਤਕਰਾਰ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਪੰਜਾਬ ਪੁਲਿਸ ਨੇ ਐਸਜੀਪੀਸੀ ਤੇ ਵੱਡੇ ਇਲਜ਼ਾਮ ਲਗਾਏ ਨੇ। ਐਸਜੀਪੀਸੀ ਤੇ ਜਾਂਚ ਸਹਿਯੋਗ ਨਾ ਕਰਨ ਦੇ ਐਲੀਗੇਸ਼ਨਸ ਲਗਾਏ ਗਏ ਨੇ। ਐਸਆਈਟੀ ਨੇ ਹਾਈ ਕੋਰਟ 'ਚ ਰਿਪੋਰਟ ਸੌਂਪ ਕੇ ਇਸ ਬਾਬਤ ਜਾਣਕਾਰੀ ਦਿੱਤੀ ਹੈ ਕਿ ਸਾਡੇ ਨਾਲ ਐਸਜੀਪੀਸੀ ਕੋਆਪਰੇਟ ਨਹੀਂ ਕਰ ਰਹੀ, ਐਸਜੀਪੀਸੀ ਜਾਂਚ ਸਹਿਯੋਗ ਨਹੀਂ ਕਰ ਰਹੀ। ਐਸਆਈਟੀ ਨੇ ਸਾਫ਼ ਤੌਰ ਤੇ ਰਿਪੋਰਟ ਜੋ ਪੇਸ਼ ਕੀਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ 'ਚ, ਉਸ 'ਚ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ। ਲੋੜੀਂਦੀ ਰਿਕਾਰਡ ਤੇ ਜਾਣਕਾਰੀ ਮੁਹੱਈਆ ਸਾਨੂੰ ਨਹੀਂ ਕਰਵਾਈ ਜਾ ਰਹੀ। ਵਾਰ-ਵਾਰ ਮੰਗਣ ਦੇ ਬਾਵਜੂਦ ਜਾਣਬੁੱਝ ਕੇ ਸਾਨੂੰ ਜਾਣਕਾਰੀ ਪ੍ਰੋਵਾਈਡ ਨਹੀਂ ਕਰ ਰਹੀ ਐਸਜੀਪੀਸੀ। ਐਸਆਈਟੀ ਦਾ ਇਹ ਕਹਿਣਾ ਹੈ। ਉਧਰ ਦੂਜੇ ਪਾਸੇ ਐਸਜੀਪੀਸੀ ਪ੍ਰਧਾਨ ਧਾਮੀ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਸ਼ ਨੂੰ ਇਸ ਬਾਬਤ ਇੱਕ ਚਿੱਠੀ ਲਿਖੀ ਹੈ। ਜਥੇਦਾਰਾਂ ਦੇ ਆਦੇਸ਼ ਤੇ ਐਸਆਈਟੀ ਨੂੰ ਪੂਰਾ ਸਹਿਯੋਗ ਦਿੱਤਾ। ਇਸ ਗੱਲ ਦਾ ਜ਼ਿਕਰ ਧਾਮੀ ਕਰਦੇ ਹੋਏ ਨਜ਼ਰ ਆਏ। ਹੁਣ ਐਸਜੀਪੀਸੀ ਦੇ ਕੰਮਾਂ 'ਚ ਦਖਲ ਦੇ ਰਹੀ ਹੈ ਐਸਆਈਟੀ ਤੇ ਉੱਥੇ ਐਸਆਈਟੀ ਐਲੀਗੇਸ਼ਨਸ ਲਗਾ ਰਹੀ ਹੈ ਐਸਜੀਪੀਸੀ ਤੇ। ਪਰ ਐਸਜੀਪੀਸੀ ਵੀ ਐਸਆਈਟੀ ਤੇ ਇਹ ਪੂਰੇ ਐਲੀਗੇਸ਼ਨਸ ਲਗਾ ਰਹੀ ਹੈ ਕਿ ਹੁਣ ਐਸਜੀਪੀਸੀ ਦੇ ਕੰਮਾਂ 'ਚ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ। ਉਹ ਵੀ ਐਸਆਈਟੀ ਦਖਲ ਅੰਦਾਜ਼ੀ ਕਰ ਰਹੀ ਹੈ। ਗੈਰ ਜ਼ਰੂਰੀ ਜਾਣਕਾਰੀਆਂ ਮੰਗ ਰਹੀ ਹੈ ਐਸਆਈਟੀ। ਵਿੱਤੀ ਖਾਤਿਆਂ, ਬੈਂਕ ਦੇ ਲੈਣ ਦੇਣ ਦੇ ਵੇਰਵੇ ਵੀ ਮੰਗੇ ਜਾ ਰਹੇ ਨੇ ਤੇ ਤਕਰਾਰ ਇਹ ਵੱਧਦੀ ਹੋਈ ਵਿਖਾਈ ਦੇ ਰਹੀ ਹੈ। ਦੇਖਣਾ ਹੋਏਗਾ ਕਿ ਇਸ ਪੂਰੇ ਮਾਮਲੇ ਤੇ ਹੁਣ ਜਥੇਦਾਰ ਸਾਹਿਬ ਦੇ ਵੱਲੋਂ ਕੀ ਕੁਝ ਨੋਟਿਸ ਲਿਆ ਜਾਂਦਾ ਹੈ, ਕਿਉਂਕਿ ਕਈ ਵਾਰ ਐਸਆਈਟੀ ਦੀਆਂ ਟੀਮਾਂ ਨੇ ਜੋ ਸਥਿਤ ਹੈ ਐਸਜੀਪੀਸੀ ਦਾ ਦਫ਼ਤਰ, ਚਾਹੇ ਅੰਮ੍ਰਿਤਸਰ 'ਚ ਹੈ ਚਾਹੇ ਚੰਡੀਗੜ੍ਹ 'ਚ ਹੈ, ਉੱਥੇ ਕਈ ਵਾਰ ਆਈਆਂ ਨੇ ਤੇ ਉੱਥੇ ਡਿਟੇਲਸ ਵੀ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਗਈ ਹੈ। ਤੇ 328 ਪਾਵਨ ਸਰੂਪ ਦਾ ਮਾਮਲੇ ਦੀ ਜਾਂਚ ਤੇ ਤਕਰਾਰ ਹੁਣ ਨਜ਼ਰ ਆ ਰਹੀ ਹੈ। ਪੰਜਾਬ ਪੁਲਿਸ ਵਰਸਸ ਐਸਜੀਪੀਸੀ ਨਜ਼ਰ ਆ ਰਹੀ ਹੈ। ਕਿੰਨਾ ਗੱਲਾਂ ਨੂੰ ਲੈ ਕੇ ਤਕਰਾਰ ਹੈ, ਟਰਨ ਬਾਈ ਟਰਨ ਇੱਕ ਬਾਏ ਇੱਕ ਤੁਹਾਨੂੰ ਇਹ ਪੂਰਾ ਦੱਸਾਂਗੇ। ਐਸਜੀਪੀਸੀ ਜਾਂਚ ਸਹਿਯੋਗ ਨਹੀਂ ਕਰ ਰਹੀ, ਇਹ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਐਸਆਈਟੀ ਕਹਿ ਰਹੀ ਹੈ। ਐਸਜੀਪੀਸੀ ਦਾ ਕਹਿਣਾ ਹੈ ਕਿ ਜਥੇਦਾਰਾਂ ਦੇ ਹੁਕਮਾਂ ਤੇ ਅਸੀਂ ਪੂਰਾ ਕੋਆਪਰੇਟ ਕੀਤਾ ਹੈ, ਪੂਰਾ ਸਹਿਯੋਗ ਅਸੀਂ ਦਿੱਤਾ ਹੈ। ਐਸਆਈਟੀ ਕਹਿ ਰਹੀ ਹੈ ਕਿ ਲੋੜੀਂਦੇ ਰਿਕਾਰਡ ਨਹੀਂ ਸਾਨੂੰ ਪ੍ਰੋਵਾਈਡ ਕਰਵਾਏ ਗਏ ਨੇ। ਦੂਸਰੇ ਪਾਸੇ ਐਸਜੀਪੀਸੀ ਕਹਿ ਰਹੀ ਹੈ ਕਿ ਐਸਆਈਟੀ ਹੁਣ ਐਸਜੀਪੀਸੀ ਦੇ ਕੰਮਾਂ 'ਚ ਦਖਲ ਦੇ ਰਹੀ ਹੈ। ਜਿੰਨੇ ਵੀ ਸਾਡੇ ਵੱਲੋਂ ਰਿਕਾਰਡ ਪ੍ਰੋਵਾਈਡ ਗਏ ਨੇ ਉਹ ਸਫੀਸ਼ੀਐਂਟ ਨੇ, ਪਰ ਹੁਣ ਜੋ ਐਸਆਈਟੀ ਹੈ ਸਾਡੇ ਕੰਮਾਂ 'ਚ ਦਖਲ ਅੰਦਾਜ਼ੀ ਕਰ ਰਹੀ ਹੈ। ਐਸਆਈਟੀ ਕਹਿ ਰਹੀ ਹੈ ਕਿ ਵਾਰ-ਵਾਰ ਮੰਗਣ ਦੇ ਬਾਵਜੂਦ ਵੀ ਸਾਨੂੰ ਜਾਣਕਾਰੀ ਨਹੀਂ ਪ੍ਰੋਵਾਈਡ ਕਰਵਾਈ ਜਾ ਰਹੀ। ਦੂਸਰੇ ਪਾਸੇ ਐਸਜੀਪੀਸੀ ਕਹਿ ਰਹੀ ਹੈ ਕਿ ਗੈਰ ਜ਼ਰੂਰੀ ਜਾਣਕਾਰੀਆਂ ਸਾਡੇ ਤੋਂ ਮੰਗੀਆਂ ਜਾ ਰਹੀਆਂ ਨੇ, ਉਹ ਅਸੀਂ ਨਹੀਂ ਦੇਵਾਂਗੇ। ਇਸ ਬਾਬਤ ਜੋ ਪੂਰੀ ਰਿਪੋਰਟ ਹੈ ਐਸਆਈਟੀ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ 'ਚ ਪੇਸ਼ ਵੀ ਕੀਤੀ ਗਈ ਹੈ। ਐਸਆਈਟੀ ਕਹਿ ਰਹੀ ਕਿ ਐਸਜੀਪੀਸੀ ਨੂੰ ਹਾਈ ਕੋਰਟ ਸਹਿਯੋਗ ਲਈ
निर्देश जारी करे, क्योंकि हुण SIT दे वल्लों हाई कोर्ट दा रुख कीता गया है कि SIT कह रही है कि जो हाई कोर्ट है SGPC नूं ये पूरे आदेश देवे कि सानू जो लोड़ींदी जानकारी चाहिए है सानू मुहैया करवाई जाए, सानू प्रोवाइड करवाई जाए। SGPC कह रही कि SIT अधिकार खेतर तो बाहर जाके अपना काम कर रही है, क्योंकि जो साडे वालों प्रोवाइड करवाया जा चुका है वो सफिशिएंट है, पर हुण जो SGPC दे वालों जो जानकारी मंगी जा रही है SIT दे वालों वो हुण अब उसके अधिकार खेतर च नहीं है। ते साडे नाल अमरजीत सिंह चावला जुड़े ने SGPC दे मैंबर ने। सर स्वागत है तुहाडा न्यूज़ 18 पंजाब ते। SIT पंजाब हरियाणा हाई कोर्ट च कह रही है कि जो SGPC है कोऑपरेट नहीं कर रही। देखो ये तो तुहानू सवाल भी तुहाडा मैं समझदा भी ठीक है हुण तुहाडा, क्योंकि हाई कोर्ट च गए आ उस पक्ष तो सवाल तो ठीक है, पर सवाल मीनिंगलैस है। पुलिस का काम ही झूठ बोलना। पुलिस सच बहुत घट के कोई धर्मी पुलिस वाला अफसर होवे मैं कह सकदा, ठीक है, पर एक गल मैं कहना कि ये मसला धन धन साहब श्री गुरु ग्रंथ साहब महाराज नाल जुड़िया ਅਤੇ श्री अकाल तख्त साहब नाल जुड़िया। दोनों ही साडियां सब तो सर्वोत्तम चीज़ां ने, सर्वोत्तम साडियां थावां ने। सतगुरु जी का जो वो हैगा साडे सतगुरु है, जागत जोत है, ਅਤੇ दूजे पक्ष तो अकाल तख्त साहब साडी ਜਿਹੜੀ रहनुमाई करदा मीरी पीरी दे मालक दा तख्त है, दुनिया दे सारे तख्तां नालों उत्तम। चावला जी पुलिस झूठ क्यों बोलेगी? मेरी बेनती है सुनो एक मिनट, इन्हें काले ना पिया करो, गल सानू कर दियो। नहीं तुसी अपनी गल रखो, पर मैं ये पूछ रही कि तुसी कह रहे कि पुलिस झूठ बोल रही है, पुलिस दा काम है झूठ बोलना। पुलिस ने आपदे लई झूठ नहीं बोलिया, पुलिस ने झूठ बोलिया ਜਿਹੜੇ ਉਹਨਾਂ ਦੇ ਮਾਲਕ ਹੈ, ठीक है, ਜਿਹੜੇ ਉਹਨਾਂ ਨੂੰ ਭੇਜਦੇ ਆ ਇਸ ਗੱਲ ਦੀ ਇਨਕੁਆਇਰੀ ਕਰਨ ਵਾਸਤੇ, ਉਹ ਕਹਿੰਦੇ ਆ ਵੀ ਕਿਵੇਂ ਨਾ ਕਿਵੇਂ SGPC ਨੂੰ ਉਲਝਾਓ, SGPC ਨੂੰ ਇਹਨੂੰ ਖੱਜਲ ਕਰੋ, ਖਰਾਬ ਕਰੋ। ਭਗਵੰਤ ਮਾਨ ਜਦੋਂ ਆ ਪਿੱਛੇ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸਪੀਕਰ ਨੂੰ ਇਹਨਾਂ ਕੇਸਾਂ ਵਿੱਚ ਹੀ ਤੇ ਭਗਵੰਤ ਮਾਨ ਉੱਥੋਂ ਉਹਨੇ ਕਿਹਾ, ਸਿੰਘ ਸਾਹਿਬ ਨੇ ਉਹਨੂੰ ਕਿਹਾ ਸੀ ਕਿ 15 ਦਿਨਾਂ ਵਿੱਚ ਤੁਸੀਂ ਫੈਸਲਾ ਕਰੋ। ਭਗਵੰਤ ਮਾਨ ਨੇ ਉਹ ਨਹੀਂ ਬੋਲੇ, ਜਿਹੜਾ ਸਪੀਕਰ ਨਹੀਂ ਬੋਲਿਆ, ਲੇਕਿਨ ਭਗਵੰਤ ਮਾਨ ਬੋਲਿਆ ਕਿ ਨਹੀਂ ਅਸੀਂ ਕੋਈ 15 ਦਿਨ ਦਿਓ ਭਾਵੇਂ 20 ਦਿਨ ਦਿਓ, ਅਸੀਂ ਕੁਝ ਨਹੀਂ ਕਰਨਾ। ਨਹੀਂ ਅੱਛਾ ਚਾਵਲਾ ਜੀ ਤੁਸੀਂ ਸਾਨੂੰ ਦੱਸੋ ਕਿ SGPC ਪ੍ਰਧਾਨ ਤਾਮੀ ਕਹਿ ਰਹੇ ਨੇ ਕਿ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ SIT ਕੰਮ ਕਰ ਰਹੀ ਹੈ। ਕਿਹੜੇ ਹੁਣ ਮੌਜੂਦਾ ਸਮੇਂ 'ਚ ਹੋਰ ਡਾਕੂਮੈਂਟਸ ਮੰਗ ਲਏ ਗਏ ਜੋ ਤੁਹਾਨੂੰ ਲੱਗ ਰਿਹਾ ਕਿ ਅਧਿਕਾਰ ਖੇਤਰ ਤੋਂ ਬਾਹਰ ਚਲੀ ਗਈ SIT? ਮੇਰੀ ਗੱਲ ਸੁਣੋ, ਮੇਰੀ ਛੋਟੇ ਭੈਣ ਜੀ ਮੇਰੀ ਗੱਲ ਸੁਣੋ ਜੀ। ਇਹ ਜਿਹੜੀ ਪੁਲਿਸ ਹੈ ਇਹ ਸਾਡੇ ਕੋਲ, ਮੈਂ 3 ਮੀਟਿੰਗਾਂ ਵਿੱਚ ਸ਼ਾਮਲ ਹੋਇਆ ਪਿਛਲੀਆਂ ਵਿੱਚ। SIT ਚੰਡੀਗੜ੍ਹ ਸਾਡੇ ਸਬ ਆਫਿਸ ਆਉਂਦੀ ਰਹੀ ਆ, ਮੈਂ ਉੱਥੇ ਹੁੰਦਾ ਰਿਹਾ। ਠੀਕ ਹੈ, ਅੱਜ ਵੀ SIT ਦੇ ਉੱਥੇ ਆਉਣਾ। ਅੱਜ ਮੈਂ ਸਾਡੇ ਸ਼੍ਰੋਮਣੀ ਕਮੇਟੀ ਦੇ ਕਿਸੇ ਕੰਮ ਦੇ ਵਿੱਚ ਮੈਂ ਲੱਗਾ ਹੋਇਆ, ਤਾਂ ਨਹੀਂ ਗਿਆ। ਲੇਕਿਨ SIT ਨੂੰ ਹਰ ਚੀਜ਼ ਜੋ ਨਾ ਲਿਖੀ 1 2 3 4 5 6 7 ਉਵੇਂ ਹੀ 1 2 3 4 5 6 7 8 9 10 ਜੋ ਮੰਗਿਆ, ਐਵਰੀਥਿੰਗ ਵਾਸ ਪ੍ਰੋਵਾਈਡਡ ਟੂ them, ਐਵਰੀਥਿੰਗ। ਲੇਕਿਨ ਇਹ ਗੱਲ ਨਹੀਂ ਹੈਗੀ ਕਿ ਅਸੀਂ ਕੋਈ ਸਹਿਯੋਗ ਨਹੀਂ ਕਰ ਰਹੇ, ਪੂਰਾ ਸਹਿਯੋਗ ਕਰ ਰਹੇ ਆ। ਕੋਈ ਲੁਕਾਉਣ ਵਾਲੀ ਚੀਜ਼ ਨਹੀਂ, ਰਿਕਾਰਡ ਦੀ ਚੀਜ਼ ਆ। ਅਸੀਂ ਇਹ ਗੱਲ ਕਹਿੰਦੇ ਆ ਕਿ ਕੁਝ ਗੱਲਾਂ ਉਹ ਆਪਣੀ ਹੱਦ ਨੂੰ ਲੰਘ ਕੇ ਕਰਨਾ ਚਾਹੁੰਦੇ ਆ, ਜਿੰਦਾ ਦਾ ਕੋਈ ਸਬੰਧ ਨਹੀਂ ਉਹਨਾਂ ਗੱਲਾਂ ਨਾਲ। ਧਾਮੀ ਸਾਹਿਬ ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੈ, ਉੱਥੇ ਇੱਕ ਰਿਨਾਊਂਡ ਵਕੀਲ ਵੀ ਨੇ, ਬੜੇ ਸੂਝਵਾਨ, ਬੜੇ ਵੱਡੇ ਸੀਨੀਅਰ ਪੰਜਾਬ ਦੇ ਬੜੇ ਸੀਨੀਅਰ ਵਕੀਲ ਵੀ ਆ। ਉਹਨਾਂ ਨੂੰ ਪਤਾ ਕਿ ਕਿਹੜੀ ਗੱਲ ਠੀਕ ਆ ਕਿਹੜੀ ਗੱਲ ਗਲਤ ਹੈ। ਇਹ ਸਾਨੂੰ ਪੁਲਿਸ ਨਹੀਂ ਸਿਖਾਏਗੀ, ਨਾ ਅਸੀਂ ਪੁਲਿਸ ਦੇ ਕਹਿਣ ਤੇ ਮੰਨਾਂਗੇ, ਨਾ ਸਰਕਾਰ ਦੇ ਕਹਿਣ ਤੇ ਮੰਨਾਂਗੇ, ਠੀਕ ਹੈ, ਨਾ ਕੋਈ ਕਿਸੇ ਵਿਰੋਧੀ ਦੇ ਕਹਿਣ ਤੇ ਮੰਨਾਂਗੇ। ਜਿਹੜੀ ਗੱਲ ਕਰਨ ਵਾਲੀ ਕਰਾਂਗੇ, ਨਹੀਂ ਕਰਨ ਵਾਲੀ ਨਹੀਂ ਕਰਾਂਗੇ। ठीक है, चलो बहुत बहुत शुक्रिया अमरजीत सिंह चावला SGPC के मैंबर साडे नाल जुड़े। उन्होंने इस गल का जिक्र किया साफ तौर पर कि जो SIT दे वल्लों डॉक्यूमेंट्स मंगे गए सी, जानकारी मंगी गई सी, साडे वल्लों बकायदा प्रोवाइड करवाई गई है, पर हुण जो SIT काम कर रही है अपने अधिकार खेतर तो बाहर होकर काम कर रही है। तो हुण SGPC प्रधान धामी दे वल्लों एक चिट्ठी जथेदार साहब नूं लिखी गई है। देखना होएगा कि जथेदार साहब दे वल्लों की कुछ संज्ञान इसका लिया जाता है। पंजाब की सियासत नाल जुड़ी इस वे दी अहम ते वड्डी खबर का जिक्र कर रहे हैं। दस कि केवल ढिल्लों बनाए जा सकते हैं पंजाब बीजेपी के प्रधान। सोर्सेज इन्हां गल्लां दा जिक्र कर रहे हैं। बरनाला के साबका विधायक ने केवल ढिल्लों ते हुण उन्हां नूं पंजाब बीजेपी की कमान सौंपी जा सकती है। साल 2022 च भाजपा च शामिल होए सी। दस कि तल्लेवाला विलेज बरनाला च
ਉਹ ਉੱਥੇ ਜਨਮੇ ਨੇ। ਹਾਲਾਂਕਿ ਇਸ ਤੋਂ ਪਹਿਲਾਂ ਬਰਨਾਲਾ 'ਚ ਉਹਨਾਂ ਦੇ ਵੱਲੋਂ ਵਿਧਾਇਕੀ ਵੀ ਉੱਥੇ 2007 ਤੋਂ ਲੈ ਕੇ 17 ਤੱਕ ਨਿਭਾਈ ਗਈ ਸੀ। ਤੇ ਹੁਣ ਅਹਿਮ ਤੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ बीजेपी ਦੇ ਜੋ ਪ੍ਰਧਾਨ ਨੇ ਉਹ ਬਣਾਏ ਜਾ ਸਕਦੇ ਨੇ ਕੇਵਲ ਸਿੰਘ ਢਿੱਲੋਂ। ਮੇਰੇ ਨਾਲ ਮੇਰੇ सहयोगी अंकित दुधानी फोन लाइन पे मौजूद ने। अंकित, बड़ी जानकारी, क्या पंजाब बीजेपी की कमान केवल ढिल्लों को सौंपी जा सकती है? सोर्सेस ये बात कर रहे हैं। बिल्कुल, लगातार चर्चा जरूर चल रही है कि अब नया प्रधान जो है वो पंजाब को मिल सकता है। उसमें पंजाब को भी मिलना है, हरियाणा को भी मिलना है, कई अन्य प्रदेशों के अंदर भी प्रदेश अध्यक्ष चेंज होने हैं और वो चर्चा जरूर चल रही है। लेकिन अब केवल सिंह ढिल्लों का नाम जो निकल करके सामने आ रहा है कि केवल ढिल्लों को एक बार प्रदेश अध्यक्ष की कमान सौंपी जा सकती है, क्योंकि सामने चुनाव भी है, बरनाला के पूर्व विधायक भी रहे हैं। तो अगर ये कदम उठाया जाता है तो कहीं ना कहीं बड़ी बात होगी। लेकिन बीजेपी के अंदर पता किसी को भी नहीं चलता, क्योंकि बीजेपी हरदम चौंकाने वाले फैसले करती है। और वो जैसे कि हमने राष्ट्रीय अध्यक्ष के मामले के अंदर भी देखा कि कई नाम चल रहे थे और कई नामों की चर्चा लगातार चैनलों पर और सोशल मीडिया पर चलती थी। लेकिन जब नाम निकल करके आया तो वो उस नाम से सबको चौंका दिया था, नितिन नवीन का जो नाम निकल करके आया। लेकिन अब हालांकि सोर्सेज जरूर कह रहे हैं कि केवल ढिल्लों को जिम्मेवारी दी जा सकती है। लेकिन बीजेपी के, जैसा मैंने पहले ही कहा कि बीजेपी क्या फैसला लेती है वो कहना जल्दबाजी होगा। और सुनील जाखड़ की फिर क्या जिम्मेदारी होगी, क्या उनको केंद्र के अंदर कोई जिम्मेदारी दी जाएगी, क्योंकि नितिन नवीन की भी टीम अभी तैयार होनी है। नितिन नवीन जो राष्ट्रीय अध्यक्ष हैं उनकी टीम भी तैयार होनी है और अभी जल्द ही नया मंत्रिमंडल का विस्तार भी होना है केंद्र के अंदर। और तो इस तरह से ये सारी चीजें अभी चर्चा के अंदर चल रही हैं, सारी पाइपलाइन के अंदर हैं। अब कब ये सिरे चढ़ती है बात, ये अभी देखना होगा। लेकिन जल्द ही नए प्रदेश अध्यक्ष, वो चाहे पंजाब कहें, हरियाणा कहें या दूसरे प्रदेशों में जो मिलने वाले हैं, लेकिन कुछ समय का इंतजार जरूर करना होगा कि नितिन नवीन की टीम जब बन जाती है राष्ट्रीय स्तर पर तो उसके बाद ये प्रदेश अध्यक्षों की घोषणा होती है या उससे पहले होती है। और केवल ढिल्लों की अगर जहां तक बात करें तो केवल ढिल्लों कैप्टन अमरिंदर सिंह के भी बिल्कुल खासम खास रहे हैं। और 2022 के अंदर बात करें तो भारतीय जनता पार्टी के अंदर आए थे और अभी भी प्रदेश उपाध्यक्ष की जिम्मेदारी वो संभाल रहे हैं। तो देखना होगा कि क्या फैसला निकल करके सामने आता है। जी अंकित, ये भी आपसे जानकारी चाहेंगे, अगर केवल ढिल्लों को ये कमान सौंपी जा सकती है तो जो सुनील जाखड़ है वो क्या काम करेंगे? बिल्कुल, जैसा मैंने पहले ही कहा कि सुनील जाखड़ जो हैं उनको किस तरह की जिम्मेदारी दी जाएगी, क्या उनको राष्ट्रीय स्तर पर जिम्मेदारी दी जाएगी, वही मैं बता रहा था कि नितिन नवीन जो राष्ट्रीय अध्यक्ष है उन्होंने भी अपनी टीम बनानी है। तो क्या उनको उस टीम के अंदर लेके जाया जाता है राष्ट्रीय सचिव के रूप में या किसी अन्य रूप के अंदर उनको लेके जाया जाता है, या जिस तरह से कई बार प्रदेशों के अंदर ये भी रहता है कि प्रचार कमेटी का चेयरमैन बना दिया जाता है, तो वो क्या सुनील जाखड़ को वो जिम्मेदारी मिल सकती है, क्योंकि बाद में कहीं ना कहीं वो भी एक महत्वपूर्ण जिम्मेदारी होती है। और हमने देखा कि कई प्रदेशों के अंदर इस तरह से पहले हो चुका है। तो जिम्मेवारी अभी बीजेपी को तय करनी है कि अभी, हालांकि क्योंकि सुनील जाखड़ अभी प्रधान पद से हटाए नहीं गए हैं, तो सुनील जाखड़ अभी भी प्रधान है। और अंकित, आपको याद होगा कि पिछले साल ही पंजाब बीजेपी के दो जो प्रधान है सुनील जाखड़, उनकी तरफ से पीएम नरेंद्र मोदी के साथ मुलाकात की गई थी और उनको अपना इस्तीफा भी दिया गया था। बिल्कुल बिल्कुल दिया गया था, लेकिन वो बात उस समय जरूर निकल करके आई थी। और उसके बाद जिस तरह से काम सुनील जाखड़ कर रहे हैं तो वो सारी बातें फिर बेमानी हो गई थी, क्योंकि जब एक बार कहीं ना कहीं आपसी कुछ मनमुटाव निकल करके सामने आया था, लेकिन उसके बाद से जिस तरह से पार्टी का जो केंद्रीय नेतृत्व है उसका जब इंटरफेयर हुआ तो उसके बाद से सारा चीज ठीक हो गई थी। और पिछले दिनों से हम लगातार देख रहे हैं कि सुनील जाखड़ पूरी तरह से आक्रामक होकर के भारतीय जनता पार्टी के साथ जुड़े हुए हैं और जो आम आदमी पार्टी है उसके खिलाफ पूरे आक्रामकता से सवाल उठा रहे हैं, उनके खिलाफ विरोध प्रदर्शन कर रहे हैं, लगातार प्रेस वार्ता के माध्यम से भगवंत मान पर सवाल उठाते हुए नजर आते हैं, कांग्रेस पर सवाल उठाते हुए नजर आते हैं। तो वो बिल्कुल अब वो विषय नहीं है। लेकिन अब पार्टी कब फैसला लेती है प्रदेश अध्यक्ष बदलने का, लेती है नहीं लेती है, वो अभी देखना होगा। लेकिन सूत्रों के हिसाब से जो नाम निकल करके सामने आ रहा है वो केवल एक जट सिख चेहरा है, इसलिए भी क्या इनका नाम कंसिडर किया जा रहा है प्रधान के लिए?
बिल्कुल, ये बात भी कहीं ना कहीं मायने जरूर रखती है, क्योंकि पंजाब की राजनीति के अंदर ये बात बहुत मायने रखती है कि जट सिख चेहरा है और कहीं ना कहीं पहले भी कैप्टन अमरिंदर सिंह के साथ जुड़े रहे हों, उनका खासम खास रहे हों, और उसकी 2022 में ही हालांकि वो भी बीजेपी में आए हैं, लेकिन बीजेपी को जरूर एक मजबूत चेहरा पंजाब के अंदर चाहिए, जो कि एक एक्सेप्टेबल चेहरा हो और पूरा मजबूत चेहरा हो। सुनील जाखड़ भी एक मजबूत चेहरे के रूप में ही उभरे हैं और वो भी काफी समय से और काफी मुद्दे उठा रहे हैं और अभी भी लगातार सरकार के खिलाफ जहां तक झंडा बुलंद करने की बात हो तो वो पूरी तरह से किए हुए हैं मुद्दों के ऊपर। लेकिन अब अगर पार्टी जिम्मेदारी चेंज करती है तो केवल ढिल्लों को जिम्मेदारी दी जाती है, ऐसा सुनने में आ रहा है, ऐसा सूत्र बता रहे हैं कि, और प्रमुख सूत्र बता रहे हैं। तो कहीं ना कहीं अगर जिम्मेदारी दी जाती है तो ये भी एक अहम जिम्मेदारी केवल ढिल्लों के लिए भी होगी, और जैसा मैंने पहले ही बताया कि सुनील जाखड़ के लिए क्या तय होता है वो भी पार्टी तय करेगी। जी ठीक है, चले बहुत बहुत शुक्रिया अंकित हमें पूरी जानकारी देने ਲਈ ਤੇ ਸੂਤਰਾਂ ਦੇ ਹਵਾਲੇ ਤੋਂ ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ ਅਹਿਮ ਤੇ ਵੱਡੀ ਖਬਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਸੋਰਸਿਸ ਇਹ ਕਹਿ ਰਹੇ ਨੇ ਕਿ ਕੇਵਲ ਢਿੱਲੋਂ ਬਣਾਏ ਜਾ ਸਕਦੇ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ। ਬਰਨਾਲਾ ਦੇ ਸਾਬਕਾ ਵਿਧਾਇਕ ਨੇ ਕੇਵਲ ਢਿੱਲੋਂ ਸਾਲ 2022 ਚ ਭਾਜਪਾ 'ਚ ਇਹ ਸ਼ਾਮਲ ਹੋਏ ਸੀ, ਕਿਉਂਕਿ ਕਾਂਗਰਸ ਨੂੰ ਮਹਿਜ਼ 18 ਸੀਟਾਂ ਹੀ ਮਿਲੀਆਂ ਸੀ। ਉਸ ਤੋਂ ਬਾਅਦ ਅਸੀਂ ਦੇਖਿਆ ਸੀ ਕਿ ਵੱਡੇ ਪੱਧਰ ਤੇ ਜੋ ਕਾਂਗਰਸੀ ਆਗੂ ਸੀ ਉਹਨਾਂ ਨੇ ਬੀਜੇਪੀ ਦਾ ਪੱਲਾ ਫੜਿਆ ਸੀ। ਕੁਝ ਲੀਡਰ ਵਾਪਸ ਕਾਂਗਰਸ 'ਚ ਜਾ ਚੁੱਕੇ ਨੇ, ਪਰ ਕੇਵਲ ਸਿੰਘ ਢਿੱਲੋਂ ਬੀਜੇਪੀ 'ਚ ਹੀ ਰਹੇ ਨੇ। ਜੱਟ ਸਿੱਖ ਚਿਹਰਾ ਨੇ, ਇਸ ਕਰਕੇ ਪੰਜਾਬ ਬੀਜੇਪੀ ਦਾ ਪ੍ਰਧਾਨ ਇਹਨਾਂ ਨੂੰ ਲਗਾਇਆ ਜਾ ਸਕਦਾ ਹੈ। ਤਾਂ ਕਰਕੇ ਜੋ ਬੀਜੇਪੀ ਹੈ ਇਹਨਾਂ ਦਾ ਨਾਮ ਕੰਸੀਡਰ ਕਰ ਰਹੀ ਹੈ। ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਸਾਥੀ ਹਨ ਕੇਵਲ ਢਿੱਲੋਂ। ਤੇ ਦੱਸ ਦੇ ਕਿ 2007 ਤੋਂ ਲੈ ਕੇ 17 ਤੱਕ ਬਰਨਾਲਾ ਤੋਂ ਕਾਂਗਰਸ ਦੇ ਵਿਧਾਇਕ ਵੀ ਰਹੇ ਨੇ। ਪਾਰਟੀ ਬਦਲੀ, ਜੂਨ 2022 ਚ ਕਾਂਗਰਸ ਛੱਡ ਕੇ ਬੀਜੇਪੀ 'ਚ ਸ਼ਾਮਲ ਹੋਏ ਨੇ। ਪੰਜਾਬ ਦੇ ਸਭ ਤੋਂ ਅਮੀਰ ਸਿਆਸਤਦਾਨਾਂ ਵਿੱਚੋਂ ਇੱਕ ਨੇ। ਹਾਲਾਂਕਿ ਹੁਣੇ ਜਦੋਂ 2024 ਚ ਬਰਨਾਲਾ ਦੀ ਬਾਈ ਇਲੈਕਸ਼ਨ ਹੋਈ ਸੀ ਉਸ ਦੌਰਾਨ ਵੀ ਬੀਜੇਪੀ ਨੇ ਇਹਨਾਂ ਨੂੰ ਆਪਣਾ ਕੈਂਡੀਡੇਟ ਐਲਾਨਿਆ ਸੀ, ਪਰ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤੇ ਜ਼ਿਕਰ ਖਾਸ ਹੈ ਕਿ ਪਿਛਲੇ ਸਾਲ ਹੀ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਜੋ ਨਰਿੰਦਰ ਮੋਦੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਸੀ, ਆਪਣਾ ਅਸਤੀਫਾ ਸੌਂਪਿਆ ਗਿਆ ਸੀ। ਪਰ ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੇਵਲ ਢਿੱਲੋਂ ਦਾ ਨਾਮ ਕੰਸੀਡਰ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਨੂੰ ਪੰਜਾਬ ਬੀਜੇਪੀ ਦਾ ਪ੍ਰਧਾਨ ਬਣਾਇਆ ਜਾ ਸਕੇ। ਤੇ ਸੂਤਰਾਂ ਦੇ ਹਵਾਲੇ ਤੋਂ ਅਹਿਮ ਤੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਪੰਜਾਬ ਦੀ ਸਿਆਸਤ ਨਾਲ ਜੁੜੀ ਅਹਿਮ ਤੇ ਵੱਡੀ ਖਬਰ। ਕੇਵਲ ਢਿੱਲੋਂ ਬਣਾਏ ਜਾ ਸਕਦੇ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ। ਪਿਛਲੇ ਸਾਲ ਸੁਨੀਲ ਜਾਖੜ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ। ਉਹਨਾਂ ਨੇ ਇਸ ਗੱਲ ਦਾ ਜ਼ਿਕਰ ਵਾਰ-ਵਾਰ ਕੀਤਾ ਸੀ ਕਿ ਜੋ ਪੰਜਾਬ ਬੀਜੇਪੀ ਹੈ ਉਸਦੇ ਕੰਮ ਕਰਨ ਦਾ ਸਟਾਈਲ ਪੰਜਾਬ ਦੇ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਹੈ। ਜੇ ਪੰਜਾਬ ਦੇ ਲੋਕਾਂ ਦੇ ਮਨਾਂ ਨੂੰ ਜਿੱਤਣਾ ਹੈ ਤੇ ਉਹਨਾਂ ਨੂੰ ਨਵਜ਼ ਨੂੰ ਟਟੋਲਣ ਦੀ ਕੋਸ਼ਿਸ਼ ਪੰਜਾਬ ਬੀਜੇਪੀ ਦੇ ਵੱਲੋਂ ਕੀਤੀ ਜਾਏ। ਹਾਲਾਂਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ, ਪਰ ਹੁਣ ਅਹਿਮ ਤੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੇਵਲ ਢਿੱਲੋਂ ਬਣਾਏ ਜਾ ਸਕਦੇ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ। ਬਰਨਾਲਾ ਦੇ ਸਾਬਕਾ ਵਿਧਾਇਕ ਨੇ ਕੇਵਲ ਢਿੱਲੋਂ ਸਾਲ 2022 ਚ ਭਾਜਪਾ 'ਚ ਉਹ ਸ਼ਾਮਲ ਹੋਏ ਸੀ। ਤੱਲੇਵਾਲਾ ਪਿੰਡ 'ਚ ਉਹ ਜਨਮੇ ਨੇ। ਬਰਨਾਲਾ ਦੇ ਸਭ ਤੋਂ ਅਮੀਰ ਸਿਆਸਤਦਾਨਾਂ 'ਚ ਉਹਨਾਂ ਦਾ ਨਾਮ ਆਂਦਾ ਹੈ। 2007 ਤੋਂ ਲੈ ਕੇ 17 ਤੱਕ ਉਹ ਬਰਨਾਲਾ ਤੋਂ ਵਿਧਾਇਕ ਵੀ ਰਹੇ ਨੇ। ਹਾਲਾਂਕਿ ਜਦੋਂ 2022 ਅਸੈਂਬਲੀ ਇਲੈਕਸ਼ਨਸ ਹੋਈਆਂ ਸੀ ਉਸ ਦੌਰਾਨ ਵੀ ਕਾਂਗਰਸ ਪਾਰਟੀ ਦੇ ਵੱਲੋਂ ਇਹਨਾਂ ਨੂੰ ਟਿਕਟ ਦਿੱਤੀ ਗਈ ਸੀ ਬਰਨਾਲਾ ਤੋਂ, ਪਰ ਆਮ ਆਦਮੀ ਪਾਰਟੀ ਦੇ ਜੋ ਆਗੂ ਗੁਰਮੀਤ ਸਿੰਘ ਮੀਤ ਹੇਅਰ ਉੱਥੋਂ ਚੋਣ ਮੈਦਾਨ 'ਚ ਉਤਰੇ ਸੀ। ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਕੇਵਲ ਢਿੱਲੋਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ 2024 ਚ ਇੱਕ ਵਾਰ ਮੁੜ ਤੋਂ ਉਹਨਾਂ ਨੂੰ ਬੀਜੇਪੀ ਦੇ ਵੱਲੋਂ ਉੱਥੋਂ ਹੀ ਕੈਂਡੀਡੇਟ ਐਲਾਨਿਆ ਗਿਆ ਸੀ, ਪਰ ਉਸ ਤੋਂ ਬਾਅਦ ਜੇ ਅਸੀਂ ਜ਼ਿਕਰ ਕਰੀਏ ਤੇ ਉਹ ਉੱਥੇ ਵੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹੁਣ ਅਹਿਮ ਤੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਉਂਕਿ ਇੱਕ ਸਿੱਖ ਜੱਟ ਫੇਸ ਵੀ ਨੇ, ਇਸ ਲਈ ਕਰਕੇ ਵੀ ਉਹਨਾਂ ਦਾ ਨਾਮ ਕੰਸੀਡਰ ਕੀਤਾ ਜਾ ਸਕਦਾ ਹੈ। ਕੈਪਟਨ ਦੇ ਬੇਹੱਦ ਹੀ ਕਰੀਬੀ ਮੰਨੇ ਜਾਂਦੇ ਨੇ ਕੇਵਲ ਢਿੱਲੋਂ। ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਸਾਥੀ ਵੀ ਹਨ ਤੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਬੀਜੇਪੀ ਦਾ ਨਵਾਂ ਪ੍ਰਧਾਨ ਬਣਾਇਆ ਜਾ ਸਕਦਾ ਹੈ। ਇਸ ਵੇਲੇ ਅਹਿਮ ਤੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਕਿਉਂਕਿ ਜੋ ਹੁਣ ਬੀਜੇਪੀ ਹੈ ਪੂਰਾ ਫੋਕਸ ਉਹ ਪੰਜਾਬ ਤੇ ਹੀ ਕਰ ਰਹੀ ਹੈ, ਕਿਉਂਕਿ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਹੁਣ ਵਾਰੀ ਪੰਜਾਬ ਦੀ ਹੀ ਹੈ। ਇਸ ਵੇਲੇ ਇੱਕ ਹੋਰ ਵੱਡੀ ਤੇ ਅਹਿਮ ਖਬਰ ਦਾ ਜ਼ਿਕਰ ਕਰ ਰਹੇ ਹਾਂ ਕਿਉਂਕਿ ਅੱਜ ਐਸਜੀਪੀਸੀ ਦਫ਼ਤਰ ਜਾਵੇਗੀ ਐਸਆਈਟੀ ਦੀ ਟੀਮ। ਐਸਆਈਟੀ ਦੀ ਟੀਮ 328 ਪਾਵਨ ਸਰੂਪਾਂ ਦੇ ਮਾਮਲੇ 'ਚ
ਜਾਂਚ ਪੜਤਾਲ ਲਗਾਤਾਰ ਕਰ ਰਹੀ ਹੈ। ਇਸ ਪੂਰੇ ਮਾਮਲੇ 'ਚ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਚੁੱਕੀਆਂ ਨੇ, ਪਰ ਹੁਣ ਇਹ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅੱਜ ਐਸਜੀਪੀਸੀ ਦਫ਼ਤਰ ਜਾਵੇਗੀ ਐਸਆਈਟੀ ਦੀ ਟੀਮ। ਇਸ ਤੋਂ ਪਹਿਲਾਂ ਐਸਆਈਟੀ ਦੇ ਵੱਲੋਂ ਹਾਈ ਕੋਰਟ ਦਾ ਰੁਖ ਵੀ ਕੀਤਾ ਗਿਆ। ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਐਸਜੀਪੀਸੀ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਹੀ, ਪਰ ਹੁਣੇ ਜਾਣਕਾਰੀ ਸਾਹਮਣੇ ਆਈ ਕਿ ਅੱਜ ਐਸਜੀਪੀਸੀ ਦੇ ਦਫ਼ਤਰ ਮੁੜ ਤੋਂ ਐਸਆਈਟੀ ਟੀਮ ਜਾਏਗੀ। ਇਸ ਤੋਂ ਪਹਿਲਾਂ ਜੇ ਜ਼ਿਕਰ ਕਰੀਏ ਤੇ ਕਈ ਵਾਰ ਐਸਆਈਟੀ ਦੀਆਂ ਟੀਮਾਂ ਜੋ ਐਸਜੀਪੀਸੀ ਦੇ ਦਫ਼ਤਰ ਨੇ ਅੰਮ੍ਰਿਤਸਰ ਜਾਂ ਚੰਡੀਗੜ੍ਹ ਹੋਏ, ਉੱਥੇ ਕਈ ਵਾਰ ਪਹੁੰਚ ਕਰ ਚੁੱਕੀਆਂ ਨੇ ਤੇ ਉਹਨਾਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ। ਇਹ ਐਸਜੀਪੀਸੀ ਪ੍ਰਧਾਨ ਧਾਮੀ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ, ਪਰ ਹੁਣ ਤੁਹਾਡੇ ਤੋਂ ਇਹ ਜਾਣਕਾਰੀ ਅਸੀਂ ਸਾਂਝੀ ਕੀਤੀ ਕਿ ਐਸਆਈਟੀ ਟੀਮ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਵੀ ਕੀਤਾ ਗਿਆ। ਉੱਥੇ ਇੱਕ ਰਿਪੋਰਟ ਦਾਖਲ ਕੀਤੀ ਕਿ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਨੂੰ ਲੋੜੀਂਦਾ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾ ਰਹੀ। ਐਸਆਈਟੀ ਦੇ ਇੱਕ ਤਰਕ ਦਿੱਤਾ ਹੈ ਤੇ ਦੂਸਰੇ ਪਾਸੇ ਐਸਜੀਪੀਸੀ ਪ੍ਰਧਾਨ ਧਾਮੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਥੇਦਾਰ ਦੇ ਹੁਕਮ ਤੋਂ ਬਾਅਦ ਅਸੀਂ ਪੂਰੀ ਜਾਣਕਾਰੀ ਐਸਆਈਟੀ ਨੂੰ ਪ੍ਰੋਵਾਈਡ ਕਰਵਾ ਰਹੇ ਹਾਂ, ਪਰ ਹੁਣ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਦੱਸ ਦਈਏ ਕਿ ਇਹ ਪੂਰੀ ਐਸਆਈਟੀ ਦੀ ਟੀਮ ਸਾਹਮਣੇ ਆ ਰਹੀ ਹੈ। ਮੇਰੇ ਨਾਲ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਫੋਨ ਲਾਈਨ ਤੇ ਜੁੜੇ ਨੇ। ਰਾਜੀਵ, ਜਾਣਕਾਰੀ ਚਾਹਾਂਗੇ ਐਸਜੀਪੀਸੀ ਦੇ ਦਫ਼ਤਰ ਜਾਵੇਗੀ ਐਸਆਈਟੀ ਟੀਮ, ਇਹ ਦਫ਼ਤਰ ਅੰਮ੍ਰਿਤਸਰ ਦਾ ਹੈ ਕਿ ਚੰਡੀਗੜ੍ਹ ਦਾ ਹੈ, ਹੋਰ ਕੀ ਕੁਝ ਜਾਣਕਾਰੀ? ਦੇਖੋ, ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਚੰਡੀਗੜ੍ਹ ਸਥਿਤ ਜੋ ਐਸਜੀਪੀਸੀ ਦਾ ਦਫ਼ਤਰ ਹੈ ਉੱਥੇ ਐਸਆਈਟੀ ਵੱਲੋਂ ਅੱਜ ਫਿਰ ਤੋਂ ਜਾਂਚ ਦੇ ਲਈ ਪਹੁੰਚਿਆ ਜਾਣਾ, ਕਿਉਂਕਿ ਇਸ ਤੋਂ ਜੇਕਰ ਮੈਂ 2 ਦਿਨ ਪਹਿਲਾਂ ਦੀ ਗੱਲ ਕਰਾਂ ਤਾਂ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ, ਉਹਨਾਂ ਵੱਲੋਂ ਇੱਕ ਇਤਰਾਜ਼ ਜ਼ਾਹਿਰ ਕੀਤਾ ਗਿਆ ਕਿ ਜਿਹੜੀ ਐਸਆਈਟੀ 328 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ, ਉਹ ਸਾਡੀਆਂ ਜਿਹੜੀਆਂ ਦਫ਼ਤਰੀ ਜਿਹੜਾ ਕੰਮਕਾਜ ਹੈ ਉਸ ਦੇ ਵਿੱਚ ਸਿੱਧੇ ਤੌਰ ਤੇ ਦਖਲਅੰਦਾਜ਼ੀ ਜਿਹੜੀ ਕੀਤੀ ਜਾ ਰਹੀ ਹੈ। ਕਈ ਐਸੀਆਂ ਚੀਜ਼ਾਂ ਨੇ, ਜਿਹੜੇ ਦਸਤਾਵੇਜ਼ ਮੰਗੇ ਜਾ ਰਹੇ ਨੇ ਜੋ ਕਿ ਨਹੀਂ ਦਿੱਤੇ ਜਾ ਸਕਦੇ। ਇਸ ਨੂੰ ਲੈ ਕੇ ਪਹਿਲਾਂ ਇੱਕ ਬਿਆਨ ਜਾਰੀ ਕੀਤਾ ਗਿਆ ਔਰ ਕੱਲ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਚਿੱਠੀ ਵੀ ਲਿਖੀ ਗਈ ਸੀ, ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਕਿਉਂਕਿ ਐਸਜੀਪੀਸੀ ਨੂੰ ਅਕਾਲ ਤਖਤ ਸਾਹਿਬ ਵੱਲੋਂ ਹੀ ਆਦੇਸ਼ ਕੀਤਾ ਗਿਆ ਸੀ ਕਿ ਐਸਆਈਟੀ ਦਾ ਸਹਿਯੋਗ ਕੀਤਾ ਜਾਵੇ, ਪਰ ਹੁਣ ਜਿੱਥੇ ਇੱਕ ਪਾਸੇ ਐਸਆਈਟੀ ਦਾ ਇਹ ਇਲਜ਼ਾਮ ਹੈ ਕਿ ਐਸਜੀਪੀਸੀ ਸਹਿਯੋਗ ਨਹੀਂ ਕਰ ਰਹੀ, ਤਾਂ ਦੂਜੇ ਪਾਸੇ ਐਸਜੀਪੀਸੀ ਦਾ ਆਪਣਾ ਤਰਕ ਹੈ ਕਿ ਉਹਨਾਂ ਦੇ ਕੋਲੋਂ ਉਹ ਦਸਤਾਵੇਜ਼ ਮੰਗੇ ਜਾ ਰਹੇ ਨੇ ਜਿਹੜੇ ਕਿ ਅਸੀਂ ਕਹਿ ਸਕਦੇ ਗੈਰ ਵਾਜਬ ਹੈ, ਜੋ ਕਿ ਨਹੀਂ ਮੰਗਣੇ ਚਾਹੀਦੇ, ਕਿਉਂਕਿ ਉਹਨਾਂ ਦਸਤਾਵੇਜ਼ਾਂ ਦਾ ਇਸ ਮਾਮਲੇ ਦੇ ਨਾਲ ਕੋਈ ਵੀ ਜੋ ਹੈ ਸਬੰਧ ਜਾਂ ਨਾਤਾ ਨਹੀਂ ਹੈ। ਤਾਂ ਅੱਜ ਦੇਖਣਾ ਹੋਏਗਾ ਕਿ ਜਿਹੜੀ ਐਸਆਈਟੀ ਅੱਜ ਪਹੁੰਚਦੀ ਹੈ, ਕਿਹੜੇ ਮੈਂਬਰ ਪਹੁੰਚਦੇ ਨੇ, ਅੱਜ ਕੀ ਕੁਝ ਜਿਹੜੇ ਦਸਤਾਵੇਜ਼ ਐਸਜੀਪੀਸੀ ਉਹਨਾਂ ਨੂੰ ਦਿੰਦੀ ਹੈ ਜਾਂ ਨਹੀਂ, ਤਾਂ ਇਹ ਕਾਫੀ ਅੱਜ ਦਾ ਦਿਨ ਜਿਹੜਾ ਅਹਿਮ ਰਹਿਣ ਟੀਮ ਪਹੁੰਚ ਸਕਦੀ ਹੈ ਚੰਡੀਗੜ੍ਹ? ਇਸ ਬਾਰੇ ਕੋਈ ਸਮਾਂ ਤਾਂ ਨਿਰਧਾਰਿਤ ਨਹੀਂ ਕੀਤਾ ਗਿਆ, ਨਾ ਹੀ ਐਸਆਈਟੀ ਵੱਲੋਂ ਕੋਈ ਇਸਦੀ ਸਿੱਧੇ ਤੌਰ ਤੇ ਅਧਿਕਾਰਕ ਤੌਰ ਤੇ ਜਾਣਕਾਰੀ ਦਿੱਤੀ ਗਈ ਹੈ, ਪਰ ਐਸਜੀਪੀਸੀ ਦੇ ਸੂਤਰਾਂ ਦੇ ਮੁਤਾਬਕ ਇਹ ਜਾਣਕਾਰੀ ਮਿਲੀ ਹੈ ਕਿ ਅੱਜ ਚੰਡੀਗੜ੍ਹ ਸਥਿਤ ਜਿਹੜਾ ਦਫ਼ਤਰ ਹੈ ਐਸਜੀਪੀਸੀ ਦਾ, ਕਿਉਂਕਿ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਜਦੋਂ ਐਸਆਈਟੀ ਬਣਾਈ ਗਈ ਸੀ ਤਾਂ ਉਸ ਵੇਲੇ ਵੀ ਸਭ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਹੀ ਉਸ ਟੀਮ ਦੇ ਵੱਲੋਂ ਦਸਤਕ ਦਿੱਤੀ ਗਈ ਸੀ। ਉਸ ਤੋਂ ਬਾਅਦ ਅੰਮ੍ਰਿਤਸਰ ਸਥਿਤ ਐਸਜੀਪੀਸੀ ਦਫ਼ਤਰ ਵੀ ਇੱਕ ਵਾਰ ਟੀਮ ਆ ਚੁੱਕੀ ਹੈ, ਪਰ ਅੱਜ ਫਿਰ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਕਿਸੇ ਵੀ ਸਮੇਂ ਇਹ ਟੀਮ ਜਿਹੜੀ ਹੈ ਚੰਡੀਗੜ੍ਹ ਸਥਿਤ ਜਿਹੜਾ ਐਸਜੀਪੀਸੀ ਦਫ਼ਤਰ ਹੈ ਉੱਥੇ ਜਾ ਕੇ ਆਪਣੀ ਜਾਂਚ ਪੜਤਾਲ ਕਰ ਸਕਦੀ ਹੈ। ਜੀ ਠੀਕ ਹੈ, ਚਲੋ ਬਹੁਤ ਬਹੁਤ ਸ਼ੁਕਰੀਆ ਰਾਜੀਵ ਸਾਨੂੰ ਪੂਰੀ ਜਾਣਕਾਰੀ ਦੇਣ ਲਈ। ਤੇ ਅੱਜ ਚੰਡੀਗੜ੍ਹ ਐਸਆਈਟੀ ਦੀ ਟੀਮ ਪਹੁੰਚੇਗੀ ਐਸਜੀਪੀਸੀ ਦੇ ਦਫ਼ਤਰ, ਐਸਜੀਪੀਸੀ ਦੇ ਚੰਡੀਗੜ੍ਹ ਦਫ਼ਤਰ ਪਹੁੰਚ ਕੇ ਜੋ ਜਾਣਕਾਰੀ ਹੈ ਉਹ ਮੁਹੱਈਆ ਕਰਵਾਈ ਜਾਏਗੀ, ਉਹ ਲਈ ਜਾਏਗੀ, ਕਿਉਂਕਿ ਦੂਸਰੇ ਪਾਸੇ ਐਸਆਈਟੀ ਲਗਾਤਾਰ ਐਲੀਗੇਸ਼ਨਸ ਲਗਾ ਰਹੀ ਹੈ ਕਿ ਐਸਜੀਪੀਸੀ ਦੇ ਵੱਲੋਂ ਸਾਨੂੰ ਕੋਈ ਵੀ ਇਨਫੋਰਮੇਸ਼ਨ ਹੁਣ ਪ੍ਰੋਵਾਈਡ ਨਹੀਂ ਕਰਵਾਈ ਜਾ ਰਹੀ, ਪਰ ਹੁਣ ਇਸ ਪੂਰੇ ਮਾਮਲੇ ਤੇ ਐਸਜੀਪੀਸੀ ਵਰਸਸ ਪੰਜਾਬ ਪੁਲਿਸ ਜ਼ਰੂਰ ਨਜ਼ਰ ਆ ਰਿਹਾ ਹੈ। ਤੇ ਹੁਣ ਗੱਲ ਕਰਾਂਗੇ ਮੁੰਬਈ 에ਅਰਪੋਰਟ ਦੀ, ਜਿੱਥੋਂ ਕਿ ਪੰਜਾਬ ਦੇ 2 ਗੈਂਗਸਟਰਸ ਗ੍ਰਿਫਤਾਰ ਕੀਤੇ ਗਏ ਨੇ। ਮੁੰਬਈ ਪੁਲਿਸ ਤੇ ਸੀਆਈਐਸਐਫ ਨੇ ਦਰਅਸਲ ਸਾਂਝਾ ਆਪਰੇਸ਼ਨ ਇਹ ਚਲਾਇਆ। 2 ਗੈਂਗਸਟਰਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਦੇਸ਼ ਭੱਜਣ ਦੀ ਫਿਰਾਕ ਸਨ ਦੋਵੇਂ ਹੀ ਗੈਂਗਸਟਰ, ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਜਸਵੰਤ ਉਰਫ ਜੱਫਾ ਤੇ ਕਰਨ ਕੀਰਾ ਵਜੋਂ ਇਹਨਾਂ ਦੀ ਪਛਾਣ ਕੀਤੀ ਗਈ ਹੈ। ਅੰਤਰਰਾਸ਼ਟਰੀ ਫਲਾਈਟ ਚੜ੍ਹਨ ਦੀ ਕੋਸ਼ਿਸ਼ ਇਹਨਾਂ ਦੇ ਵੱਲੋਂ ਕੀਤੀ ਗਈ ਸੀ। ਬੰਬੀਹਾ ਗੈਂਗ ਦੇ ਨਾਲ ਸੰਬੰਧਿਤ ਹੈ ਜਸਵੰਤ ਸਿੰਘ ਉਰਫ ਜੱਸਾ। ਕਤਲ ਦੀ ਕੋਸ਼ਿਸ਼ ਸਣੇ ਕਈ ਮਾਮਲਿਆਂ 'ਚ ਇਹ ਲੋੜਿੰਦਾ ਸੀ ਤੇ ਇੱਕ ਵੱਡੀ ਕਾਮਯਾਬੀ ਜ਼ਰੂਰ ਹਾਸਲ ਹੋਈ ਹੈ। ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਰਾਠੀ ਫੋਨ ਲਾਈਨ ਤੇ ਮੌਜੂਦ ਨੇ। ਮਨੋਜ, ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਕਿ ਕੁਝ ਪੁਲਿਸ ਨੂੰ ਇਨਪੁਟ ਸੀ ਤੇ ਕਿਹਨਾਂ ਮਾਮਲਿਆਂ 'ਚ ਇਹ ਦੋਨੋਂ ਮੁਲਜ਼ਮ ਲੋੜਿੰਦਾ ਸੀ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ? देखो बिल्कुल सरबजोत ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਪੁਲਿਸ ਤੇ ਜੁਆਇੰਟ ਆਪਰੇਸ਼ਨ ਜਿਹੜਾ ਮੁੰਬਈ ਪੁਲਿਸ ਔਰ ਸੀਐਸਐਫ ਵੱਲੋਂ ਔਰ 에ਅਰਪੋਰਟ ਸਿਕਿਉਰਿਟੀ ਦੀ ਜਿਹੜੀ ਏਜੰਸੀ ਹੈ ਉਹਨਾਂ ਵੱਲੋਂ ਕੀਤਾ ਗਿਆ ਹੈ। ਔਰ ਜਿਹੜੇ 2 ਵੱਡੇ ਗੈਂਗਸਟਰ ਹੈ ਬਿਲਕੁਲ ਕਾਫੀ ਕ੍ਰਿਮੀਨਲ ਇਹ ਵਾਂਟਡ ਨੇ, ਜਸਵੰਤ ਸਿੰਘ ਅਲਾਈ ਜੱਸਾ ਤੇ ਕਰਨ ਕੀਰਾ। ਹਾਲਾਂਕਿ ਜਸਵੰਤ ਸਿੰਘ ਜਿਹੜਾ ਹੈ ਉਹ ਬੰਬੀਹਾ ਗੈਂਗ ਦਾ ਐਕਟਿਵ ਐਸੋਸੀਏਟ ਹੈ ਔਰ ਕਾਫੀ ਦਿਨਾਂ ਤੋਂ ਇਹ ਪੁਲਿਸ ਇਹਦੀ ਭਾਲ ਕਰ ਰਹੀ ਸੀ ਔਰ ਪੰਜਾਬ ਦੇ ਵਿੱਚ ਕਈ ਇਹਦੇ ਖਿਲਾਫ ਜਿਹੜੇ ਹੈ ਉਹ ਮਾਮਲੇ ਦਰਜ ਸੀਗੇ। ਇਹਦੇ ਨਾਲ ਜਿਹੜਾ ਕਰਨ ਕੀਰਾ ਹੈ ਉਹ ਵੀ ਜਿਹੜਾ ਹੈਗਾ ਵਾਂਟਡ ਸੀਗਾ ਔਰ ਪਿਛਲੇ ਦਿਨਾਂ ਇੱਕ ਅਕਾਲੀ ਕਾਉਂਸਲਰ ਦਾ ਮਰਡਰ ਹੋਇਆ ਸੀਗਾ ਪੰਜਾਬ ਦੇ ਵਿੱਚ,
ਉਹਦੇ ਵਿੱਚ ਵੀ ਇਹ ਲੋੜੀਂਦਾ ਸੀਗਾ ਔਰ ਲਗਾਤਾਰ ਇਹਨੂੰ ਪੰਜਾਬ ਪੁਲਿਸ ਜਿਹੜੀ ਹੈ ਉਹ ਭਾਲ ਕਰ ਰਹੀ ਸੀ। ਹਾਲਾਂਕਿ ਇੱਕ ਇਨਫੋਰਮੇਸ਼ਨ ਸੀ ਪੁਲਿਸ ਦੇ ਕੋਲ, ਪੰਜਾਬ ਪੁਲਿਸ ਦੇ ਕੋਲ ਇੱਕ ਇਨਫੋਰਮੇਸ਼ਨ ਸੀ, ਸੀਕ੍ਰੇਟ ਇਨਫੋਰਮੇਸ਼ਨ ਕਿ ਇਹ ਦੋਵੇਂ ਵਿਦੇਸ਼ ਭੱਜ ਸਕਦੇ, ਜਿਸ ਤੋਂ ਬਾਅਦ ਪੁਲਿਸ ਨੇ ਮੁੰਬਈ ਪੁਲਿਸ ਔਰ CSF ਜਿਹੜੀ 에ਅਰਪੋਰਟ ਏਜੰਸੀਜ਼ ਹੈ ਉਹਨਾਂ ਦੇ ਨਾਲ ਜਿਹੜਾ ਹੈਗਾ ਇੱਕ ਪੂਰਾ ਜੁਆਇੰਟ ਆਪਰੇਸ਼ਨ ਕੀਤਾ। ਇਹ ਦੋਨਾਂ ਨੂੰ ਹੁਣ ਕਾਬੂ ਕਰ ਲਿਆ ਗਿਆ ਔਰ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਹੁਣ ਇਨ ਦੋਨਾਂ ਨੂੰ ਲੈ ਕੇ ਆਏਗੀ, ਕਿਉਂਕਿ ਜਿਹੜੇ ਵੀ ਪਿਛਲੇ ਦਿਨਾਂ ਕਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਕ੍ਰਿਮੀਨਲ ਐਕਟੀਵਿਟੀਜ਼ ਹੋਈਆਂ ਉਹਦੇ ਵਿੱਚ ਜਸਵੰਤ ਸਿੰਘ ਦਾ ਨਾਂ ਸਾਹਮਣੇ ਆਇਆ ਸੀਗਾ ਕਿ ਕਿਸ ਤਰ੍ਹਾਂ ਇਹ ਆਪਣੀ ਗੈਂਗ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਜਿਹੜਾ ਹੈਗਾ ਕ੍ਰਿਮੀਨਲ ਐਕਟੀਵਿਟੀ ਸ਼ਾਮਿਲ ਰਿਹਾ, ਜਿਸ ਨੂੰ ਲੈ ਕੇ ਹੁਣ ਪੰਜਾਬ ਲਾ ਕੇ ਇਹਦੇ ਨਾਲ ਪੁੱਛਗਿੱਛ ਕੀਤੀ ਜਾਏਗੀ। ਦੂਜੇ ਪਾਸੇ ਜੇ ਅਸੀਂ ਗੱਲ ਕਰ ਲਈ ਕੀੜਾ ਦੀ, ਉਹ ਵੀ ਜਿਹੜਾ ਇੱਕ ਹਾਈ ਪ੍ਰੋਫਾਈਲ ਮਰਡਰ ਹੋਇਆ ਸੀਗਾ ਉਹਦੇ ਵਿੱਚ ਉਹਦਾ ਨਾਂ ਸ਼ਾਮਿਲ ਹੈ, ਜਿਸ ਨੂੰ ਲੈ ਕੇ ਹੁਣ ਪੁਲਿਸ ਪੰਜਾਬ ਲਾ ਕੇ ਤੋਂ ਪੁੱਛਗਿੱਛ ਕੀਤੀ ਜਾਏਗੀ। ਤਾਂ ਅਸੀਂ ਕਹਿ ਸਕਦੇ ਹਾਂ ਕਿ ਵੱਡੀ ਕਾਮਯਾਬੀ ਜਿਹੜੀ ਹਾਸਿਲ ਹੋ ਸਕਦੀ ਹੈ। ਔਰ ਪਿਛਲੇ ਦਿਨਾਂ ਤੁਸੀਂ ਦੇਖਿਆ ਕਿ ਕੋਈ ਵੀ ਜਿਹੜਾ ਵੱਡਾ ਗੈਂਗਸਟਰ ਹੁੰਦਾ ਹੈ ਜਾਂ ਨੈਟਵਰਕ ਜਿਹੜਾ ਫੋਰਨ ਹੈਂਡਲਸ ਹੈ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰਦਾ, ਭੱਜਣ ਦੀ ਫਿਰਾਕ 'ਚ ਹੁੰਦਾ ਹੈ। ਹਾਲਾਂਕਿ ਪੁਲਿਸ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੇ 에ਅਰਪੋਰਟ ਏਜੰਸੀਜ਼ ਨੇ, CSF ਨੇ, ਹੋਰ ਵੀ ਜਿਹੜੀ ਜੀ ਠੀਕ ਹੈ, ਚਲੋ ਬਹੁਤ ਬਹੁਤ ਸ਼ੁਕਰੀਆ ਮਨੋਜ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ। ਤੇ ਮੁੰਬਈ 에ਅਰਪੋਰਟ ਤੋਂ 2 ਪੰਜਾਬ ਦੇ ਵੱਡੇ ਗੈਂਗਸਟਰਸ ਕਾਬੂ ਕੀਤੇ ਗਏ ਨੇ ਤੇ ਹੁਣ ਉਹਨਾਂ ਨੂੰ ਪੰਜਾਬ ਲਿਆਂਦਾ ਜਾਏਗਾ ਤੇ ਪੁੱਛ ਪੜਤਾਲ ਬਾਰੀਕੀ ਦੇ ਨਾਲ ਕਈ ਮਾਮਲਿਆਂ 'ਚ ਇਹਨਾਂ ਗੈਂਗਸਟਰਸ ਤੋਂ ਕੀਤੀ ਜਾਏਗੀ। ਤੇ ਹੁਣ ਇੱਕ ਹੋਰ ਵੱਡੀ ਖਬਰ ਦਾ ਜ਼ਿਕਰ ਕਰ ਰਹੇ। ਦਰਅਸਲ ਕਪੂਰਥਲਾ ਮਹਾਰਾਜਾ ਜਾਇਦਾਦ ਵਿਵਾਦ 'ਚ ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਇਆ ਹੈ। ਨਿੱਜੀ ਜਾਇਦਾਦ ਤੇ ਹੁਣ ਲਾਗੂ ਨਹੀਂ ਹੋਵੇਗਾ ਜੇਠਾ ਅਧਿਕਾਰ। ਸੁਪਰੀਮ ਕੋਰਟ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਰਾਜਾਂ ਦੀ ਨਿੱਜੀ ਸੰਪत्ति ਹਿੰਦੂ ਮੁਸਲਿਮ ਕਾਨੂੰਨਾਂ ਅਨੁਸਾਰ ਵੰਡੀ ਜਾਵੇਗੀ। ਇਸ ਗੱਲ ਦਾ ਜ਼ਿਕਰ ਸੁਪਰੀਮ ਕੋਰਟ ਦੇ ਵੱਲੋਂ ਕੀਤਾ ਗਿਆ ਹੈ। ਹਿੰਦੂ ਜਾਂ ਮੁਸਲਿਮ ਪਰਿਵਾਰਕ ਕਾਨੂੰਨ ਮੁਤਾਬਿਕ ਵੰਡਣੀ ਚਾਹੀਦੀ ਹੈ ਨਿੱਜੀ ਜਾਇਦਾਦ ਤੇ ਸਭ ਤੋਂ ਵੱਡਾ ਪੁੱਤਰ ਹੁਣ ਇਕੱਲਾ ਵਾਰਸ ਨਹੀਂ ਬਣੇਗਾ। ਸੁਪਰੀਮ ਕੋਰਟ ਦੇ ਵੱਲੋਂ ਵੱਡੀ ਤੇ ਅਹਿਮ ਟਿੱਪਣੀ ਕੀਤੀ ਗਈ ਹੈ। ਪ੍ਰਤੀਕਾਤਮਕ ਗੱਦੀ ਤੇ ਉਪਾਧੀਆਂ ਤੇ ਇਹ ਲਾਗੂ ਜ਼ਰੂਰ ਹੋ ਸਕਦਾ ਹੈ। ਰਲੇਵੇ ਤੋਂ ਬਾਅਦ ਪੁਰਾਣੇ ਸ਼ਾਸਕ ਆਮ ਨਾਗਰਿਕ ਬਣ ਚੁੱਕੇ ਨੇ। ਇਹ ਸਾਰੀਆਂ ਟਿੱਪਣੀਆਂ ਸੁਪਰੀਮ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਨੇ। ਨਿੱਜੀ ਜਾਇਦਾਦ ਤੇ ਭਾਰਤੀ ਕਾਨੂੰਨ ਹੀ ਲਾਗੂ ਹੋਏਗਾ, ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਸੁਪਰੀਮ ਕੋਰਟ ਦੇ ਵੱਲੋਂ, ਕਿਉਂਕਿ ਕਪੂਰਥਲਾ ਮਹਾਰਾਜ ਜਾਇਦਾਦ ਇਹ ਪੂਰੇ ਵਿਵਾਦ 'ਚ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਤੇ ਉੱਥੇ ਅਹਿਮ ਤੇ ਵੱਡੀ ਜਾਣਕਾਰੀ ਦਿੱਤੀ ਗਈ। ਸੁਪਰੀਮ ਕੋਰਟ ਦੇ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਨੇ ਨਿੱਜੀ ਜਾਇਦਾਦ ਤੇ ਹੁਣ ਜੇਠਾ ਅਧਿਕਾਰ ਲਾਗੂ ਨਹੀਂ ਹੋਏਗਾ। ਜੇਠਾ ਉਹ ਹੁੰਦਾ ਹੈ ਜੋ ਸਭ ਤੋਂ ਵੱਡਾ ਅਧਿਕਾਰੀ ਹੁੰਦਾ ਹੈ, ਸਭ ਤੋਂ ਵੱਡਾ ਹੁੰਦਾ ਹੈ ਘਰ 'ਚ, ਉਸ ਦੇ ਨਾਮ 'ਚ ਹੀ ਪੂਰੀ ਸੰਪत्ति ਹੁੰਦੀ ਹੈ ਤੇ ਰਾਜਿਆਂ ਦੀ ਨਿੱਜੀ ਸੰਪत्ति ਹਿੰਦੂ ਮੁਸਲਿਮ ਕਾਨੂੰਨਾਂ ਅਨੁਸਾਰ ਹੀ ਵੰਡੀ ਜਾਏਗੀ। ਤੇ ਹੁਣ ਗੱਲ ਕਰਾਂਗੇ ਸਿੱਧੂ ਮੂਸੇਵਾਲਾ ਦੀ, ਕਿਉਂਕਿ ਮਾਨਸਾ 'ਚ ਸਿੱਧੂ ਮੂਸੇਵਾਲਾ ਦੀ ਚੌਥੀ ਬਰਸੀ ਮਨਾਈ ਜਾ ਰਹੀ ਹੈ। ਸਹਿਜ ਪਾਠ ਦਾ ਉੱਥੇ ਭੋਗ ਪਾਇਆ ਗਿਆ। ਛੋਟੇ ਸਿੱਧੂ ਨੇ ਵੀ ਮੱਥਾ ਟੇਕਿਆ। ਛੋਟੇ ਸਿੱਧੂ ਨੇ ਵੱਡੇ ਭਰਾ ਦੀ ਫੋਟੋ ਨੂੰ ਚੁੰਮਿਆ, ਯਾਨੀ ਕਿ ਬੇਹੱਦ ਹੀ ਭਾਵੁਕ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਉੱਥੇ ਇਸ ਪੂਰੇ ਦ੍ਰਿਸ਼ ਨੂੰ ਦੇਖ ਕੇ ਜੋ ਲੋਕ ਸੀ ਉਹ ਵੀ ਵੱਡੇ ਪੱਧਰ ਤੇ ਭਾਵੁਕ ਹੋ ਗਏ, ਕਿਉਂਕਿ 4 ਸਾਲ ਬੀਤ ਚੁੱਕੇ ਨੇ। ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਚੌਥੀ ਬਰਸੀ ਹੈ, ਅੱਜ ਸਮਾਗਮ ਹੈ ਤੇ ਇਹ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਛੋਟੇ ਸਿੱਧੂ ਦੀਆਂ। ਕਿਸ ਤਰੀਕੇ ਨਾਲ ਮਾਤਾ ਚਰਨ ਕੌਰ ਵੀ ਤਸਵੀਰਾਂ 'ਚ ਨਜ਼ਰ ਆ ਰਹੇ ਨੇ। ਸਹਿਜ ਪਾਠ ਤੇ ਭੋਗ ਉੱਤੇ ਪਾਏ ਗਏ। ਛੋਟਾ ਸਿੱਧੂ ਉੱਥੇ ਪਹੁੰਚਿਆ, ਮੱਥਾ ਟੇਕਿਆ ਤੇ ਆਪਣੇ ਵੱਡੇ ਭਰਾ ਦੀ ਤਸਵੀਰ ਨੂੰ ਚੁੰਮਦਾ ਹੋਇਆ ਨਜ਼ਰ ਆਇਆ। ਜੋ ਉੱਥੇ ਪੰਡਾਲ 'ਚ ਲੋਕ ਮੌਜੂਦ ਸੀ ਉਹ ਵੀ ਵੱਡੇ ਪੱਧਰ ਤੇ ਭਾਵੁਕ ਹੋ ਗਏ। ਤੇ ਪਿਤਾ ਬਲਕੌਰ ਸਿੰਘ ਦੀ ਤਸਵੀਰਾਂ 'ਚ ਨਜ਼ਰ ਆ ਰਹੀ ਮਾਤਾ ਚਰਨ ਕੌਰ ਤੇ ਛੋਟਾ ਜੋ ਸਿੱਧੂ ਹੈ ਉਹ ਵੀ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ। 29 ਮਈ 2022 ਨੂੰ ਇਹ ਕਤਲ ਕੀਤਾ ਗਿਆ ਸੀ। ਗੋਲੀਆਂ ਮਾਰ ਕੇ ਕਈ ਗ੍ਰਿਫਤਾਰੀਆਂ ਇਸ ਪੂਰੇ ਮਾਮਲੇ 'ਚ ਹੋਈਆਂ ਨੇ ਤੇ ਚਾਰਜਸ਼ੀਟ ਵੀ ਇਸ ਪੂਰੇ ਮਾਮਲੇ 'ਚ ਦਾਖਲ ਕੀਤੀ ਜਾ ਚੁੱਕੀ ਹੈ। ਵਾਰ-ਵਾਰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਸਾਨੂੰ ਇਨਸਾਫ ਜੋ ਹੈ ਉਹ ਦਿੱਤਾ ਜਾਏ। ਪਰ ਕੱਲ ਇਹ ਬਰਸੀ ਸਮਾਗਮ ਮਨਾਇਆ ਜਾਣਾ ਸੀ, ਪਰ ਮਾਤਾ ਚਰਨ ਕੌਰ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਕੁਝ ਦਿਨ ਪਹਿਲਾਂ ਕਿ ਕੱਲ ਨਿਗਮ ਚੋਣਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਣਾ ਹੈ। ਲੋਕਾਂ ਨੂੰ ਬਰਸੀ ਸਮਾਗਮ 'ਚ ਪਹੁੰਚਣ 'ਚ ਦਿੱਕਤ ਨਾ ਹੋਏ, ਇਸ ਕਰਕੇ ਇੱਕ ਦਿਨ ਪਹਿਲਾਂ ਹੀ ਇਹ ਬਰਸੀ ਸਮਾਗਮ ਅੱਜ ਰੱਖਿਆ ਗਿਆ। तस्वीरें तुम देख पा रहे हो मानसा सिद्धू मूसेवाला की जो चौथी बरसी है वो मनाई जा रही है। सहज पाठ का इत्थे भोग पाया जा रहा है। बेहद ही भावुक तस्वीरां सामने आईयां ने। 4 साल सिद्धू मूसेवाला जो है इस दुनिया को अलविदा आखे हो चुके हैं, पर जो उन्होंने
ਫੈਨਸ ਨੇ ਵੱਡੇ ਪੱਧਰ ਤੇ ਨਮ ਅੱਖਾਂ ਦੇ ਨਾਲ ਹੀ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਜਾਂਦਾ ਹੈ ਕਿ ਭਾਵੁਕ ਤਸਵੀਰਾਂ ਸਾਹਮਣੇ ਆਈਆਂ ਨੇ। ਸਹਿਜ ਪਾਠ ਦੇ ਭੋਗ ਇੱਥੇ ਪਾਏ ਗਏ। ਮਾਤਾ ਚਰਨ ਕੌਰ, ਪਿਤਾ ਬਲਕਾਰ ਸਿੰਘ ਤੇ ਛੋਟਾ ਸਿੱਧੂ ਮੂਸੇਵਾਲਾ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ। ਉੱਥੇ ਤਸਵੀਰ ਰੱਖੀ ਹੋਈ ਸੀ ਸਿੱਧੂ ਮੂਸੇਵਾਲਾ ਦੀ, ਮੱਥਾ ਟੇਕਿਆ ਗਿਆ ਤੇ ਆਪਣੇ ਵੱਡੇ ਭਰਾ ਦੀ ਤਸਵੀਰ ਨੂੰ ਚੁੰਮਦਾ ਹੋਇਆ ਛੋਟਾ ਸਿੱਧੂ ਨਜ਼ਰ ਆਇਆ। ਬੇਹੱਦ ਹੀ ਭਾਵੁਕ ਤਸਵੀਰਾਂ ਨੇ, ਭਾਵੁਕ ਇਹ ਪਲ ਦੇਖੇ ਜਾ ਸਕਦੇ ਨੇ। ਇਸ ਤੋਂ ਪਹਿਲਾਂ ਵੀ ਕਈ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜੋ ਸਿੱਧੂ ਮੂਸੇਵਾਲਾ ਦਾ ਕਰੈਕਟਰ ਹੈ ਉਸ ਤੇ ਬੈਠਾ ਹੋਇਆ ਵੀ ਛੋਟਾ ਸਿੱਧੂ ਅਕਸਰ ਨਜ਼ਰ ਆਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।